ਤਿਆਰ ਕੀਤੀ ਸੀ ਅਕਾਲੀ ਦਲ ਦੇ ਲਈ, ਜਿਹੜੀ ਮਿਹਨਤ ਤੁਸੀਂ ਕੀਤੀ ਸੀ, ਥੋੜਾ ਬਹੁਤਾ ਮਨ ਦੇ ਅੰਦਰ ਹੈਗਾ ਕਿ ਜੇ ਮੈਂ ਮਿਹਨਤ ਕੀਤੀ ਸੀ ਤੇ ਜੇ ਉਹਦਾ ਫਲ ਮਿਲ ਜਾਂਦਾ ਤੇ ਜ਼ਿਆਦਾ ਬਿਹਤਰ ਹੋਣਾ ਸੀਗਾ। ਕੱਲ੍ਹ ਦਾ ਫਿਊਚਰ ਜਾਂ ਕੱਲ੍ਹ ਦੀਆਂ ਕੋਈ ਗੱਲਾਂ ਦਾ ਕਿਹਾ ਨਹੀਂ ਜਾ ਸਕਦਾ ਵੀ ਕਿ ਪ੍ਰਮਾਤਮਾ ਨੇ ਸਾਡੇ ਕੋਲ ਵੀ ਕੀ ਕਰਾਉਣਾ ਕਿਸੇ ਬੰਦੇ ਤੇ, ਨਾ ਹੀ ਮੈਨੂੰ ਵਿਸ਼ਵਾਸ ਹੈ। ਇਸ ਵਾਰ ਗੱਠਜੋੜ ਦੇ ਵਿੱਚ ਤੁਹਾਨੂੰ ਕੋਈ ਵੱਖਰਾ ਨਜ਼ਰ ਆਉਂਦਾ ਹੈ ਕਿ ਇਹ ਲੰਬਾ ਚੱਲੇਗਾ ਜਾਂ ਲੱਗਦਾ ਕਿ 96 ਵਾਲੀ ਚੀਜ਼ ਦੁਹਰਾਈ ਵੀ ਜਾ ਸਕਦੀ ਹੈ ਦੁਬਾਰਾ? ਤੀਕਸ਼ਣ ਸੂਦ ਹੋਰਾਂ ਦਾ ਬਿਆਨ ਸੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦੇ ਉੱਤੇ। ਉਹ ਕਹਿੰਦੇ ਇਹ ਗੱਠਜੋੜ ਇਹੋ ਜਿਹਾ ਕਿ ਮੱਝ ਵੀ ਭੁੱਖੀ ਸੀ, ਤੂੜੀ ਵੀ ਗਿੱਲੀ ਸੀ, ਚਲੋ ਦੋਨਾਂ ਦਾ ਹੀ ਸਰ ਗਿਆ। ਮੇਰਾ ਖਿਆਲ ਹੈ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹੋ ਜਿਹੇ ਸੀਨੀਅਰ ਲੀਡਰ ਨੂੰ ਸ਼ਾਇਦ ਨਹੀਂ ਕਰਨੀਆਂ ਚਾਹੁੰਦੇ। 2022 ਉਡੀਕ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਔਰ ਜਿੰਨੀ ਤੇਜ਼ੀ ਨਾਲ ਇਹਦੀ ਉਡੀਕ ਹੋ ਰਹੀ ਆ ਉਨੀ ਤੇਜ਼ੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਵੀ ਬਦਲਦੇ ਨਜ਼ਰ ਆ ਰਹੇ ਨੇ। ਇਹਨਾਂ ਸਥਿਤੀਆਂ ਦੇ ਵਿੱਚ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਹੋਇਆ ਗੱਠਜੋੜ ਇੱਕ ਨਵੀਂ ਕਹਾਣੀ ਬਿਆਨ ਕਰਨ ਵੱਲ ਤੁਰ ਪਿਆ ਹੈ। ਨਫਾ ਕਿੰਨਾ ਹੁੰਦਾ ਦੋਨਾਂ ਪਾਰਟੀਆਂ ਨੂੰ, ਨੁਕਸਾਨ ਕਿੰਨਾ ਹੁੰਦਾ, ਇਹ ਫਿਲਹਾਲ ਚੋਣਾਂ ਦੇ ਨਤੀਜੇ ਦੱਸਣਗੇ। ਪਰ ਇਸ ਸਮਝੌਤੇ ਦੇ ਤਹਿਤ 20 ਸੀਟਾਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਨੇ, ਉਹਨਾਂ 20 ਸੀਟਾਂ ਦਾ ਕਰਕੇ ਉਹਨਾਂ ਦੇ ਵਿੱਚ ਕੁਝ ਸੀਟਾਂ ਇਹੋ ਜਿਹੀਆਂ ਸੀ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਵੀ ਆਪਣੀਆਂ ਤਿਆਰੀਆਂ ਕਰੀ ਬੈਠੇ ਸੀਗੇ ਕਿ ਅਸੀਂ ਇਸ ਹਲਕੇ ਤੋਂ ਚੋਣ ਲੜਨੀ ਆ ਔਰ ਪਿਛਲੇ ਲੰਬੇ ਸਮੇਂ ਤੋਂ ਮਿਹਨਤ ਵੀ ਕਰ ਰਹੇ ਸੀਗੇ। ਪਰ ਇਹ ਸੀਟਾਂ ਬਸਪਾ ਦੇ ਹਿੱਸੇ ਆਉਣ ਤੋਂ ਬਾਅਦ ਸ਼ਾਇਦ ਕੁਝ ਕੁ ਅਕਾਲੀ ਆਗੂਆਂ ਦੇ ਮਨਾਂ ਦੇ ਅੰਦਰ ਨਿਰਾਸ਼ਾ ਵੀ ਹੋ ਸਕਦੀ, ਪਰ ਕੁਝ ਇਹੋ ਜਿਹਾ ਵੀ ਹੈ ਕਿ ਉਸ ਨਿਰਾਸ਼ਾ ਦੇ ਬਾਵਜੂਦ ਵੀ ਆਪਣੀ ਪਾਰਟੀ ਨਾਲ ਅਡਿੱਗ ਖੜੇ ਨਜ਼ਰ ਆਉਂਦੇ ਨੇ। ਇਹਨਾਂ ਹੀ ਸੀਟਾਂ ਦੇ ਵਿੱਚ ਇੱਕ ਸੀਟ ਹੈ ਹੁਸ਼ਿਆਰਪੁਰ ਦੀ। ਹੁਸ਼ਿਆਰਪੁਰ ਦੀ ਸੀਟ ਦੇ ਉੱਤੇ ਵੀ ਅਕਾਲੀ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਤਿੰਦਰ ਸਿੰਘ ਲਾਲੀ ਬਾਜਵਾ ਕੰਮ ਕਰ ਰਹੇ ਸੀਗੇ ਤੇ ਉਮੀਦ ਸੀ ਕਿ ਇਸ ਵਾਰ ਹੁਸ਼ਿਆਰਪੁਰ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਲਾਲੀ ਬਾਜਵਾ ਹੋਣਗੇ, ਪਰ ਸੀਟ ਬਸਪਾ ਦੇ ਹਿੱਸੇ ਆ ਗਈ ਆ। ਇਸ ਕਰਕੇ ਆਪਾਂ ਹੁਣ ਗੱਲਬਾਤ ਕਰ ਲੈਂਦੇ ਲਾਲੀ ਬਾਜਵਾ ਹੋਰਾਂ ਨਾਲ, ਕਿੰਨੀ ਕੁ ਇਹਨਾਂ ਨੂੰ ਨਿਰਾਸ਼ਾ, ਕਿੰਨੀ ਖੁਸ਼ੀ ਆ, ਪਾਰਟੀ ਦੇ ਨਾਲ ਕਿੰਨਾ ਖੜੇ ਆ ਤੇ ਕਿੰਨਾ ਕਿਤੇ ਮਨ ਦੇ ਅੰਦਰ ਮਲਾਲ ਵੀ ਹੈਗਾ ਕਿ ਜੇ ਨਾ ਸਮਝੌਤਾ ਹੁੰਦਾ ਜਾਂ ਸਮਝੌਤੇ ਦੇ ਵਿੱਚੋਂ ਵੀ ਇਹ ਸੀਟ ਉਰਾ ਪਰਾ ਹੁੰਦੀ ਤੇ ਸ਼ਾਇਦ ਸਥਿਤੀਆਂ ਕੁਝ ਹੋਰ ਹੁੰਦੀਆਂ। ਅੱਜ ਅਸੀਂ ਸੰਭਾਵੀ ਉਮੀਦਵਾਰ ਨਾਲ ਗੱਲਬਾਤ ਕਰ ਰਹੇ ਹੁੰਦੇ। ਲਾਲੀ ਜੀ, ਇਹ ਫੈਸਲਾ ਪਾਰਟੀ ਨੇ ਜਿਹੜਾ ਲਿਆ, ਸੀਟ ਤੁਹਾਡੇ ਵਾਲੀ ਜਿਹੜੀ ਇੱਥੇ ਹੁਸ਼ਿਆਰਪੁਰ ਦੀ ਉਹ ਦੇ ਦਿੱਤੀ ਗਈ ਆ ਬਹੁਜਨ ਸਮਾਜ ਪਾਰਟੀ ਨੂੰ, ਕਿਵੇਂ ਦੇਖਦੇ ਹੋ? ਪਹਿਲੀ ਤਾਂ ਪ੍ਰਤੀਕਿਰਿਆ ਚਾਹੁੰਦੇ ਆ, ਖੁਸ਼ੀ ਹੋਈ ਹੈ, ਥੋੜਾ ਮਲਾਲ ਹੋਇਆ ਜਾਂ ਦੁੱਖ ਬਹੁਤਾ ਹੋਇਆ? ਮੈਂ ਜਿਹੜੀ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਬੜੇ ਲੰਬੇ ਸਮੇਂ ਤੋਂ, ਲਗਭਗ 30 ਸਾਲਾਂ ਤੋਂ, ਉਸ ਤੋਂ ਪਹਿਲਾਂ ਵੀ ਸਾਡਾ ਪਰਿਵਾਰ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ, ਤੇ ਅਸੀਂ ਬੜੇ ਐਕਟਿਵ ਹੋ ਕੇ ਜ਼ਿਲ੍ਹੇ ਤੋਂ ਥੱਲੇ ਤੋਂ ਲੈਵਲ ਤੋਂ ਉੱਪਰ ਉੱਠ ਕੇ ਅੱਜ ਜਿਹੜਾ ਇਹ ਸਾਰੀ ਲੋਕ ਸੇਵਾ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਕਰ ਰਹੇ ਹਾਂ। ਜਿਹੜੀ ਗੱਲ ਤੁਸੀਂ ਕਹੀ ਆ ਉਹਦੇ 'ਚ ਤੁਸੀਂ ਵੀ ਸਿਆਣੇ ਆ, ਸਾਰਾ ਪੰਜਾਬ ਵੀ ਜਾਣਦਾ ਕਿ ਜਿਹੜੀ ਲੀਡਰਸ਼ਿਪ ਦੀ ਜੋ ਵੀ ਹੁੰਦੀ ਆ, ਇਹ ਖਾਸ ਕਰ ਜਦੋਂ ਤੁਸੀਂ ਸਰਕਾਰਾਂ ਬਣਾਉਣੀਆਂ, ਜਦੋਂ ਤੁਸੀਂ ਕਰਨਾ ਤੇ ਤੁਹਾਨੂੰ ਕਈ ਸਮਝੌਤੇ ਜਿਹੜੇ ਕਰਨੇ ਪੈਂਦੇ ਆ, ਤੇ ਉਸ ਸਮਝੌਤੇ ਦੇ ਅਧੀਨ ਕਈ ਕੁਝ ਇਹੋ ਜਿਹਾ ਜ਼ਰੂਰ ਹੁੰਦਾ ਕਿ ਜਿਹਦੇ 'ਚ ਕਈਆਂ ਨੂੰ ਕੋਈ ਨਾ ਕੋਈ ਕਿਸੇ ਨੂੰ ਪ੍ਰੋਬਲਮ ਆਉਣੀ, ਕੋਈ ਫਾਇਦਾ ਹੋਣਾ। ਪਰ ਵੱਡੇ ਜਿਹੜੇ ਪਾਰਟੀ, ਜਿੱਦਾਂ ਤੁਸੀਂ ਗੱਲ ਵੀ ਕੀਤੀ ਆ, ਜਿਹੜੇ ਵਡੇਰੇ ਹਿੱਤ ਜਿਹੜੇ ਕਹਿ ਲਓ, ਉਹਦੇ ਵਿੱਚ ਤਾਂ ਮੇਰਾ ਖਿਆਲ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇਹ ਸਮਝੌਤਾ ਆ ਉਹ 2022 ਦੇ ਵਿੱਚ ਜਿਹੜਾ ਉਹ ਬਹੁਤ ਜਿਹੜਾ ਵਧੀਆ ਰਹੂਗਾ। ਜੋ ਅੱਜ ਦੇ ਹਾਲਾਤ ਉਹ ਇਹ ਦੱਸਦੇ ਆ। ਬੜੀਆਂ ਚੀਜ਼ਾਂ ਹੁੰਦੀਆਂ ਨੇ। ਤੁਸੀਂ ਹਲਕੇ 'ਚ ਪਿਛਲੇ ਜਾਣੀ ਕਿ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਤੋਂ ਬਾਅਦ 17 ਤੋਂ ਬਾਅਦ ਲਗਾਤਾਰ ਵਿਚਰਦੇ ਆ ਰਹੇ ਹੋ, ਬਹੁਤ ਸਾਰੇ ਕੰਮ ਕੀਤੇ, ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕੀਤੀ, ਬੂਥ ਦਰ ਬੂਥ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਜਿਹੜਾ ਉਹ ਭੱਜ ਨੱਠ ਕਰਦਿਆਂ ਦੇਖਿਆ ਆ। ਉਹ ਜਿਹੜੀ ਗਰਾਊਂਡ ਤਿਆਰ ਕੀਤੀ ਸੀ ਅਕਾਲੀ ਦਲ ਦੇ ਲਈ, ਜਿਹੜੀ ਮਿਹਨਤ ਤੁਸੀਂ ਕੀਤੀ ਸੀ, ਉਹ ਥੋੜਾ ਬਹੁਤਾ ਮਨ ਦੇ ਅੰਦਰ ਹੈਗਾ ਕਿ ਜੇ ਮੈਂ ਮਿਹਨਤ ਕੀਤੀ ਸੀ ਤੇ ਜੇ ਉਹਦਾ ਫਲ ਮਿਲ ਜਾਂਦਾ ਤੇ ਜ਼ਿਆਦਾ ਬਿਹਤਰ ਹੋਣਾ ਸੀਗਾ, ਜਾਂ ਇਹ ਕਹਤਾ ਕੋਈ ਗੱਲ ਨਹੀਂ, ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਜਾਂ ਉਸ ਫਲਸਫੇ ਵਾਲਾ ਕੰਮ ਫੜਿਆ ਹੋਇਆ? ਨਹੀਂ, ਤੁਹਾਡੇ ਵਾਲੀ ਇਹ ਨਹੀਂ ਹੈ ਕਿ ਮੈਂ ਆਪਣੀ ਤਾਰੀਫ ਆਪ ਕਰਦਾ ਹਾਂ, ਪਰ ਜਿਹੜੀ ਤੁਸੀਂ ਗੱਲ ਕਹੀ ਆ, ਸਾਡਾ ਫਲਸਫਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜੋ ਵੀ ਇਸ ਖਿੱਤੇ ਦੇ ਵਿੱਚ ਪੀਰਾਂ ਫਕੀਰਾਂ ਦਾ, ਉਹੀ ਫਲਸਫਾ ਜਿਹੜਾ ਸਾਡਾ ਆ। ਇਹ ਆਪਾਂ ਇਕੱਲੀ, ਤੁਸੀਂ ਤੁਹਾਡਾ ਥੈਂਕ ਯੂ ਆ, ਤੁਸੀਂ ਉਦੋਂ ਵੀ ਇੰਟਰਵਿਊ ਕੀਤੀ ਸੀਗੀ, ਅਸੀਂ ਬਹੁਤ ਲੈਵਲ ਤਾਈਂ ਘੱਟੋ ਆਹ ਜਾਂ 17 ਤੋਂ ਬਾਅਦ ਦੀ ਗੱਲ ਨਹੀਂ ਹੋ। ਮੈਂ ਤਾਂ ਇਹ ਕਹਿੰਦਾ ਕਿ 97 ਤੋਂ 96 ਤੋਂ ਜਦੋਂ ਵੀ, ਕਿਉਂਕਿ ਪੰਜਾਬ ਦਾ ਖਾਸ ਕਰ ਹੁਸ਼ਿਆਰਪੁਰ ਦਾ ਹਰੇਕ ਨੌਜਵਾਨ, ਹਰੇਕ ਅਕਾਲੀ ਵਰਕਰ, ਨਾ ਵੀ ਅਕਾਲੀ ਹੋਵੇ, ਉਹ ਜਾਣਦਾ ਹੈ ਕਿ 97 ਤੋਂ ਲੈ ਕੇ ਅੱਜ ਤੱਕ ਅਸੀਂ
ਅਸੀਂ ਲੋਕਾਂ ਦੇ ਵਿੱਚ ਹੀ ਵਿਚਰੇ ਹਾਂ ਤੇ ਬੜੀ ਇਮਾਨਦਾਰੀ ਦੇ ਨਾਲ ਲੋਕਾਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਇਕੱਲੇ ਹੁਸ਼ਿਆਰਪੁਰ 'ਚ ਨਹੀਂ, ਪੂਰੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਤੇ ਖਾਸ ਕਰ ਜੇ ਆਪਾਂ ਕਹੀਏ ਜਾਵੇ ਉਹ ਜੇ ਆਪਾਂ ਮੁਕੇਰੀਆਂ ਤੋਂ ਲੈ ਕੇ ਗੜ੍ਹਸ਼ੰਕਰ ਤਾਈਂ ਪਿੰਡ ਪਿੰਡ ਜਾ ਕੇ ਜਿਹੜਾ ਉਹ ਯੂਥ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਵੀ ਮੈਂ ਪਿੰਡ ਪਿੰਡ ਜਾ ਕੇ ਚੰਗੇ ਪਰਿਵਾਰਾਂ ਚੋਂ ਅਕਾਲੀ ਪਰਿਵਾਰਾਂ ਚੋਂ ਨੌਜਵਾਨਾਂ ਨੂੰ ਲੈ ਕੇ ਆਏ। ਉਹ ਅੱਜ ਵੀ ਆਪਣੇ ਆਪਣੇ ਹਲਕਿਆਂ, ਚਾਹੇ ਉਹ ਟਾਂਡਾ ਆ, ਚਾਹੇ ਉਹ ਦਸੂਆ ਆ, ਚਾਹੇ ਮਕੇਰੀਆਂ ਆ, ਚਾਹੇ ਹੁਸ਼ਿਆਰਪੁਰ ਆ, ਚੱਬੇ ਵਾਲਾ, ਸ਼ਾਮ 84 ਆ ਤੇ ਚਾਹੇ ਗੜ੍ਹਸ਼ੰਕਰ ਆ, ਉਹਦੇ ਵਿੱਚ ਉਹੀ ਨੌਜਵਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਉੱਪਰਲੀਆਂ ਸਫਾ ਦੇ ਵਿੱਚ ਕੋਈ ਪੰਚ ਸਰਪੰਚ ਆ। ਮੇਰੇ ਕਹਿਣ ਦਾ ਭਾਵ ਆ ਕਿ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪੂਰਾ ਆਪਣੇ ਵੱਲੋਂ ਸੱਚੇ ਮਨ ਦੇ ਨਾਲ, ਇਮਾਨਦਾਰੀ ਦੇ ਨਾਲ ਤੇ ਲੋਕਾਂ 'ਚ ਵਿਚਰ ਕੇ ਤੇ ਉਹ ਅਸੀਂ, ਕਿਉਂਕਿ ਇਹ ਵੀ ਗੱਲ ਹੈ ਕਿ ਅਸੀਂ ਜਦੋਂ ਕਾਲਜ 'ਚੋਂ ਨਿਕਲ ਕੇ ਹੀ ਪੂਰੇ ਤਨਦੇਹੀ ਨਾਲ ਆਪਣਾ ਜਿਹੜੇ ਪਿਛਲੇ 30 ਸਾਲ ਆ ਜਿਹੜਾ ਅਸਲੀ ਟਾਈਮ ਹੁੰਦਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਸਰਦਾਰ ਮੈਂ ਇਸੇ ਕਰਕੇ ਤੁਹਾਨੂੰ ਸਵਾਲ ਕਰ ਰਿਹਾ, ਮਾਫ ਕਰਨਾ ਗੱਲ ਕੱਟ ਰਿਹਾ, ਕਿਉਂਕਿ 30 ਸਾਲ ਤੁਸੀਂ ਮਿਹਨਤ ਕੀਤੀ ਪਾਰਟੀ ਲਈ ਔਰ ਮੇਰਾ ਖਿਆਲ ਹੈ ਕਿ ਕਿਸੇ ਵੀ ਪਾਰਟੀ, ਚਾਹੇ ਭਾਰਤੀ ਜਨਤਾ ਪਾਰਟੀ ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਆਪ ਹੈ ਜਾਂ ਕੋਈ ਹੋਰ ਹੈ, ਜਿਹੜੇ ਵਫਾਦਾਰ ਹੁੰਦੇ ਨਾ ਪਾਰਟੀ ਦੇ ਨਾਲ, ਵਰਕਰ ਕਹਿ ਲਓ ਜਾਂ ਨੁਮਾਇੰਦੇ ਕਹਿ ਲਓ, ਉਹ ਫਿਰ ਵਾਧਾ ਘਾਟਾ ਨਹੀਂ ਬਹੁਤੀਆਂ ਦੇਖਦੇ। ਪਰ ਮਨ ਦੇ ਅੰਦਰ ਮੈਂ ਉਹੀ ਜਾਣਨਾ ਚਾਹੁੰਦਾ ਕਿ 30 ਸਾਲ ਦੀ ਮਿਹਨਤ ਦਾ ਕਿਤੇ ਥੋੜ੍ਹਾ ਬਹੁਤਾ ਮਲਾਲ ਵੀ ਤਾਂ ਹੋਏਗਾ ਕਿ ਹਾਲਾਤ ਵੱਖਰੇ ਹੋਣੇ ਸੀ ਜੇ ਸੀਟ ਉਧਰ ਨਾ ਜਾਂਦੀ ਤਾਂ। ਨਹੀਂ, ਉਹ ਤਾਂ ਜਿੱਦਾਂ ਮੈਂ ਪਹਿਲਾਂ ਫਿਰ ਬਾਰ-ਬਾਰ ਉਹੀ ਗੱਲ ਕਹਿੰਦਾ, ਇੰਨੇ ਸਮੇਂ ਦੀਆਂ ਹੋਰ ਕਈ ਅਪਰਚੁਨਿਟੀਜ਼, ਕਈ ਕੁਝ ਸਾਨੂੰ ਮਿਲਦੀਆਂ ਸੀਗੀਆਂ ਜਿਹੜੀਆਂ ਅਸੀਂ ਨਹੀਂ ਲਈਆਂ, ਇਸ ਕਰਕੇ ਕਿ ਅਸੀਂ ਪਾਰਟੀ ਦੇ ਨਾਲ ਜਾਂ ਆਪਣੀ ਨੇਚਰ ਦੇ ਨਾਲ ਉਹ ਅਸੀਂ ਇੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਅਸੀਂ ਇੰਨਾ ਲੰਬਾ ਸਮਾਂ ਮੈਂ ਤਾਂ ਇਹ ਕਹਿ ਸਕਦਾ ਹਾਂ ਕਿ ਹਾਲਾਂਕਿ ਬਹੁਤ ਦੁਨੀਆ ਨੇ ਬਹੁਤ ਕੰਮ ਕੀਤਾ ਹੋਊਗਾ, ਬਹੁਤ ਲਾਗੇ ਵੀ ਹੋਣਗੇ, ਪਰ 30 ਸਾਲਾਂ 'ਚੋਂ ਕੋਈ ਬੰਦਾ ਜਿਹੜਾ ਪਾਰਟੀ ਦੇ ਨਾਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੇ ਰਹੇ ਆ, ਜਿਨ੍ਹਾਂ ਨੇ ਬਹੁਤ ਕੰਮ ਕੀਤਾ, ਇਹ ਪਾਰਟੀ ਨੂੰ ਵੀ ਪਤਾ, ਪ੍ਰਧਾਨ ਸਾਹਿਬ ਨੂੰ ਵੀ ਪਤਾ, ਉਹ ਬਹੁਤ ਥੋੜ੍ਹੇ ਬੰਦੇ। ਮੇਰਾ ਖਿਆਲ ਤਾਂ ਮੈਨੂੰ ਤਾਂ ਕੋਈ ਇੰਨਾ ਦਿਖਦਾ ਨਹੀਂ ਕਿ 30 ਸਾਲਾਂ ਦੇ ਵਿੱਚ ਜਿਹੜਾ ਸਦਾ ਹੀ ਉਹਨਾਂ ਦੇ ਨਾਲ ਰਿਹਾ ਤੇ ਹਰੇਕ ਔਖੇ ਸਮੇਂ ਦੇ ਨਾਲ ਜਿਹੜੇ ਅਸੀਂ ਪਾਰਟੀ ਨਾਲ ਰਹੇ ਹਾਂ। ਇਸ ਕਰਕੇ ਜਿਹੜੀ ਇੰਨਾ ਸਮਾਂ ਲੰਘ ਗਿਆ ਤੇ ਜੇ ਹੁਣ ਵੀ ਜੇ ਪ੍ਰਮਾਤਮਾ ਨੂੰ ਨਹੀਂ ਮਨਜ਼ੂਰ ਹੋਊਗਾ ਤੇ ਸਾਡਾ ਕੰਮ ਤਾਂ ਇਹੀ ਹੈ ਕਿ ਅਸੀਂ ਪਾਰਟੀ ਦੀ ਕੋਸ਼ਿਸ਼ ਕਰਾਂਗੇ। ਬਾਕੀ ਕੱਲ੍ਹ ਦਾ ਫਿਊਚਰ ਜਾਂ ਕੱਲ੍ਹ ਦੀਆਂ ਕੋਈ ਗੱਲਾਂ ਦਾ ਕਿਹਾ ਨਹੀਂ ਜਾ ਸਕਦਾ ਵੀ ਕਿ ਪ੍ਰਮਾਤਮਾ ਨੇ ਸਾਡੇ ਕੋਲ ਵੀ ਕੀ ਕਰਾਉਣਾ, ਪਰ ਇਹ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਪਾਰਟੀ ਦੇ ਨਾਲ ਜਿਹੜੀ ਆ ਉਹ ਕਦੇ ਨਾ ਕਦੇ ਤਾਂ ਕੋਈ ਨਾ ਕੋਈ ਤਾਂ ਜ਼ਰੂਰ ਅਪਰਚੁਨਿਟੀਜ਼ ਪ੍ਰਮਾਤਮਾ ਜਿਹੜਾ ਦਊਗਾ। ਕਿਸੇ ਬੰਦੇ 'ਤੇ ਨਾ ਹੀ ਮੈਨੂੰ ਵਿਸ਼ਵਾਸ ਹੈ ਜਾਂ ਨਾ ਹੀ ਉਸ ਅਕਾਲ ਪੁਰਖ 'ਤੇ ਸਭ ਤੋਂ ਵੱਡਾ ਵਿਸ਼ਵਾਸ ਹੁੰਦਾ ਹੈ, ਉਹਦੇ 'ਤੇ ਵਿਸ਼ਵਾਸ ਹੈ ਕਿ ਜ਼ਰੂਰ ਜੇ ਅਸੀਂ ਕੋਈ ਚੰਗਾ ਕੰਮ ਲੋਕਾਂ 'ਚ ਕਰਦੇ ਹਾਂ ਤੇ ਲੋਕ ਸਾਡੇ ਨਾਲ ਹੋਣਗੇ ਤੇ ਲੀਡਰਸ਼ਿਪ ਵੀ, ਪਾਰਟੀ ਵੀ, ਹੋਰ ਵੀ ਸਾਰੇ ਜਿਹੜੇ ਆ ਉਹ ਅਸੀਂ ਆਪਣੇ ਵੱਲੋਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਕੰਮ ਤੁਸੀਂ बहुत सारे गुनाए आप। एक उर्दू का शेर है 2 लाइनों का कि मैं अपनों की महफिल में ये सोच के चुप बैठा था कि अपनों से शिकायत करने का ये भी एक तरीका है। मेरा ख्याल है कि जिन्हें तुसीं काम गणाते हैं तो कहता कोई गल नहीं फिर भी पार्टी नाल खड़े हैं, ये एक शिकायत का अपना तरीका भी हो सकता कि घट्टो घट्ट मेहनत इन्नी कीती है। पर एक सरसरे तौर पर चर्चा चलती पई है, बसपा नाल गठजोड़ होया और इस गठजोड़ के आसरे अकाली दल दोबारा फिर सत्ता दे विच आउण दी तैयारी विड्डी बैठा है, क्योंकि हर पार्टी जितण लई चोण मैदान च नितरदी आ। पर एक पैरल चर्चा ये भी चलती है कि जे 1996 च बसपा दे नाल बहुती देर गठजोड़ नहीं रह सकिया सी, जदों रल के इन्हां ने 11 सीटां लोक सभा दीयां पंजाब दे विच जित्तियां सीगीआं, ते हुण की भरोसा है कि ये गठजोड़ तोड़ चढ़ेगा? क्योंकि कई सियासी माहर तां ये भी कहिंदे कि ये भी पता नहीं है कि कल चोणां तो पहलां अलग-अलग हो जाण, इदां दीयां परिस्थितियां भी बन सकदियां। इस वार गठजोड़ दे विच तुहानूं कोई वखरा नज़र आउंदा है कि ये लंबा चलेगा या लगदा कि 96 वाली चीज़ दोहराई भी जा सकदी है दोबारा? ਜੇ ਫਿਊਚਰ ਤਾਂ ਕਿਸੇ ਨੂੰ ਕੋਈ ਵੀ ਪਤਾ ਨਹੀਂ ਹੈਗਾ, ਪਰ ਜੇ ਅੱਜ ਦੇ ਹਾਲਾਤ ਆਪਾਂ ਦੇਖਿਆ ਜਾਵੇ ਦੋਨਾਂ ਪਾਰਟੀਆਂ ਦੇ ਜਾਂ ਜੋ ਪੰਜਾਬ ਦੀ ਜਿਹੜੀ ਪੋਲੀਟੀਕਲ ਸਿਨੈਰੀਓ ਆ ਉਹਦੇ ਵਿੱਚ ਇਹ ਗੱਠਜੋੜ ਜਿਹੜਾ ਆ ਇਹ ਦੋਨਾਂ ਪਾਰਟੀਆਂ ਲਈ ਜ਼ਰੂਰੀ ਵੀ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ 25 ਸਾਲਾਂ ਦਾ ਜਿਹੜਾ ਗੱਠਜੋੜ ਆ ਉਹ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਟੁੱਟਿਆ ਤੇ ਉਸ ਤੋਂ ਮੁੱਦਿਆਂ ਦੇ ਆਧਾਰ ਤੇ ਉਹ ਉਸ ਤੋਂ ਬਾਅਦ ਅੱਜ ਜੇ ਕੋਈ ਨਾ ਕੋਈ ਇਹੋ ਜਿਹੀ ਧਿਰ ਜਿਹੜੀ ਆ ਖਾਸ ਕਰ, ਕਿਉਂਕਿ ਜੇ ਆਪਾਂ ਅਕਾਲੀ ਦਲ ਨੂੰ ਦੇਖਿਆ ਜਾਵੇ ਤਾਂ ਕਿਸਾਨੀ ਦੇ ਨਾਲ, ਧਰਮ ਦੇ ਨਾਲ ਜੋੜਿਆ ਜਾਂਦਾ। ਹਾਲਾਂਕਿ ਹਰੇਕ ਧਰਮ ਦੇ ਹਰੇਕ ਐਸੀ ਲੀਡਰ ਸਾਡੀ ਪਾਰਟੀ 'ਚ ਮੰਤਰੀ ਵੀ ਰਹੇ ਆ, ਅੱਜ ਵੀ ਹੈਗੇ ਆ, ਪਰ ਬਹੁਜਨ ਸਮਾਜ ਪਾਰਟੀ ਜਿਹੜੀ
ਇਹ ਕਰਕੇ ਮੰਨੀ ਜਾਂਦੀ ਆ ਕਿ ਉਹ ਦਲਿਤ ਸਮਾਜ ਦੀ ਨੁਮਾਇੰਦਗੀ ਕਰਦੀ ਆ। ਤੇ ਉਹ ਜਿਹੜਾ ਕੰਬੀਨੇਸ਼ਨ ਆ, ਜਿਹੜੀ ਸੋਸ਼ਲ ਇੰਜੀਨੀਅਰਿੰਗ ਅੱਜ ਕੱਲ੍ਹ ਦੀ ਨਵੀਂ ਪੋਲੀਟਿਕਸ 'ਚ ਆਪਾਂ ਕਹਿੰਦੇ ਆ ਪੂਰੇ ਦੇਸ਼ ਦੇ ਵਿੱਚ ਹੁੰਦੀ ਆ, ਉਹਦੇ ਲਈ ਇਹ ਬੜਾ ਕੰਬੀਨੇਸ਼ਨ ਜਿਹੜਾ ਬੜਾ ਚੰਗਾ ਆ। ਇਹਦੇ ਕਰਕੇ ਮੇਰਾ ਖਿਆਲ ਤਾਂ ਇਹ ਕੋਈ ਐਡੀ ਗੱਲ ਨਹੀਂ ਹੈਗੀ ਕਿ ਇਹ ਛੇਤੀ ਕੋਈ ਇਦਾਂ ਦੀ ਕੋਈ ਗੱਲ ਹੋਵੇ ਦੋਨੇ ਪਾਰਟੀਆਂ ਦੀ। ਬਾਕੀ ਤਾਂ ਲੀਡਰਸ਼ਿਪ ਨੂੰ ਜ਼ਿਆਦਾ ਪਤਾ ਹੋਊ ਜਾਂ ਫਿਊਚਰ ਦਾ ਕੀ ਹੋਣਾ ਉਹ ਪਤਾ ਨਹੀਂ, ਪਰ ਦੋਨਾਂ ਪਾਰਟੀਆਂ ਦੀ ਮਜਬੂਰੀ ਕਹਿ ਲਓ, ਦੋਨਾਂ ਦੀ ਇਹ ਜ਼ਰੂਰੀ ਕਹਿ ਲਓ ਕਿ ਇਹ ਜਿਹੜਾ ਗੱਠਜੋੜ ਆ, ਮੇਰਾ ਖਿਆਲ ਹੈ ਕਿ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਚੰਗੇ ਜਿਹੜੇ ਰਿਜ਼ਲਟ ਦਊਗਾ। ਤੁਹਾਡੇ ਹੁਸ਼ਿਆਰਪੁਰ ਦੇ ਵਿੱਚ ਹੀ ਕਿਸੇ ਸਮੇਂ ਜੋੜੀਦਾਰ ਰਹਿ ਚੁੱਕਿਆ, ਇਸ ਵੇਲੇ ਸਿਆਸੀ ਵਿਰੋਧੀ ਨੇ ਤੀਕਸ਼ਣ ਸੂਦ ਹੋਰੀ। ਤੀਕਸ਼ਣ ਸੂਦ ਹੋਰਾਂ ਦਾ ਬਿਆਨ ਸੀ ਤੁਹਾਡੇ ਗੱਠਜੋੜ ਤੇ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦੇ ਉੱਤੇ। ਉਹ ਕਹਿੰਦੇ ਇਹ ਗੱਠਜੋੜ ਇਹੋ ਜਿਹਾ ਕਿ ਮੱਝ ਵੀ ਭੁੱਖੀ ਸੀ, ਤੂੜੀ ਵੀ ਗਿੱਲੀ ਸੀ, ਚਲੋ ਦੋਨਾਂ ਦਾ ਹੀ ਸਰ ਗਿਆ। ਤੇ ਤੁਸੀਂ ਉਸ ਬਿਆਨ ਨੂੰ ਕਿਵੇਂ ਲੈਂਦੇ ਹੋ? ਇੱਕ ਤਾਂ ਚਲੋ ਸੂਦ ਸਾਹਿਬ ਸੀਨੀਅਰ ਬੰਦੇ ਆ, ਮੈਂ ਕੋਈ ਉਹਨਾਂ ਦੇ ਪਰਟੀਕੂਲਰ ਤਾਂ ਗੱਲ ਉਹਨਾਂ ਦੇ ਕਹਿਣਾ ਨਹੀਂ। ਅੱਗੇ ਵੀ ਆਪਾਂ ਦੇਖਿਆ ਸੀਗਾ ਜਦੋਂ ਕਿਸਾਨੀ ਮੁੱਦੇ ਤੇ ਉਹਨਾਂ ਕੋ ਬੋਲ ਹੋ ਗਿਆ ਸੀਗਾ। ਬੜਾ ਸੀਨੀਅਰ ਤੇ ਬੜੇ ਸਿਆਣੇ ਉਹ ਲੀਡਰ ਨੇ। ਤੇ ਜੇ ਉਹਨਾਂ ਨੇ ਗੱਲ ਕੀਤੀ ਆ ਕਿ ਇੰਨਾ 25 ਸਾਲ ਜਦੋਂ ਇਹ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ, ਉਹ ਲਗਭਗ ਹਾਲਾਂਕਿ ਉੱਦਾਂ ਅਧਿਕਾਰਤ ਤੌਰ ਤੇ ਤਾਂ ਨਹੀਂ, ਪਰ ਡਿਪਟੀ ਸੀਐਮ ਵਾਲਾ ਇੱਕ ਅਹੁਦੇ ਤੇ ਉਹ ਮੰਨਦੇ ਰਹੇ, ਕਿਉਂਕਿ ਸਾਡੇ ਉਹ ਇੱਥੋਂ MLA ਵੀ ਸੀਗੇ। ਨਾ ਜਿੱਤਦੇ ਹੁੰਦੇ ਹੋਏ ਵੀ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੀ ਸੇਵਾ ਕਹਿ ਲਓ ਜਾਂ ਉਹਨਾਂ ਦੀ ਲੋਇਲਟੀ ਕਹਿ ਲਓ, ਉਸੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ, ਉਸੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੇ ਉਹ ਹੁੰਦੀ ਰਹੀ ਆ। ਮੇਰਾ ਖਿਆਲ ਹੈ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹੋ ਜਿਹੇ ਸੀਨੀਅਰ ਲੀਡਰ ਨੂੰ ਸ਼ਾਇਦ ਨਹੀਂ ਕਰਨੀਆਂ ਚਾਹੁੰਦੇ। ਪਰ ਮੈਂ ਤਾਂ ਆਪ ਇਹ ਤੁਹਾਨੂੰ ਗੱਲ ਕਰਨਾ ਕਿ ਜਿਹੜੀ ਸੋਸ਼ਲ ਇੰਜੀਨੀਅਰਿੰਗ ਆ, ਜੇ ਆਪਾਂ ਰਾਜਨੀਤੀ 'ਚ ਪਏ ਆ ਤੇ ਉਹਦੇ ਵਿੱਚ ਵੋਟਾਂ ਤਾਂ ਸਾਰਿਆਂ ਦੀਆਂ ਲੈਣੀਆਂ ਪੈਣੀਆਂ। ਜੇ ਇੱਕ ਵੱਡੀ ਧਿਰ ਜਿਹੜੀ ਆ, ਜਿਹੜੀ ਇੱਕ ਭਾਰਤੀ ਜਨਤਾ ਪਾਰਟੀ ਜਿਹੜੀ ਆ, ਉਹ ਇੱਕ ਧਿਰ ਸੀਗੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਥ ਦੇ ਨਾਲ, ਆਪਣੇ ਤੌਰ ਤੇ ਵੀ ਉਹ ਐਸਟੈਬਲਿਸ਼ ਹੋ ਗਿਆ, ਦੇਸ਼ 'ਚੋਂ ਰਾਜ ਕਰਦੇ ਆ। ਜਦੋਂ ਤੁਸੀਂ ਉਹਨਾਂ ਨੂੰ ਛੱਡਦੇ ਆ ਤਾਂ ਕਿਸੇ ਨਾ ਕਿਸੇ ਨਾਲ ਉਹ ਸਮਝੌਤਾ ਹੋਣਾ। ਤੇ ਇਹ ਸਮਝੌਤਾ ਤਾਂ ਪਹਿਲਾਂ ਵੀ ਬਹੁਜਨ ਸਮਾਜ ਪਾਰਟੀ ਨਾਲ ਹੋਇਆ। ਕਾਸ਼ੀ ਰਾਮ ਜੀ ਨੇ ਬਹੁਤ ਜ਼ਿਆਦਾ ਕੰਮ ਜਿਹੜਾ ਉਹ ਕਿਉਂਕਿ ਉਹ ਇਸ ਖਿੱਤੇ ਦੇ ਸੀਗੇ, ਪਹਿਲਾਂ ਪੰਜਾਬ 'ਚੋਂ ਹੀ ਉਹ ਲਹਿਰ ਚੱਲੀ ਜਿਹੜੀ DS4 ਜਾਂ ਹੋਰ ਇੱਦਾਂ ਦੀ ਆ। ਇੱਥੇ ਉਹ ਪਿੰਡ 'ਚ ਹਾਲਾਂਕਿ ਉਹ ਵਿਚਾਰੇ ਕਈ ਜਿਹੜੇ ਲੋਕ ਆ ਜਿਹੜੇ ਬਹੁਤ ਜ਼ਿਆਦਾ ਕਮਿਟਡ BSP ਨਾਲ ਜਾਂ ਕਾਸ਼ੀ ਰਾਮ ਨਾਲ ਸੀ, ਉਹ ਬਹੁਤ ਗਰੀਬ ਘਰਾਂ ਦੇ ਸੀਗੇ, ਬਹੁਤ ਰੁਪਈਆ ਉਹ ਲੈ ਕੇ ਇਕੱਠੇ ਕਰਦੇ ਸੀ। ਅੱਜ ਵੀ ਪਿੰਡਾਂ ਦੇ ਵਿੱਚ ਉਹ ਲੋਕ। ਪਰ ਤੁਸੀਂ ਕਾਸ਼ੀ ਰਾਮ ਹੋਰਾਂ ਦਾ ਨਾਮ ਲਿਆ, ਕਾਸ਼ੀ ਰਾਮ ਹੋਰਾਂ ਦੇ ਪਰਿਵਾਰਕ ਮੈਂਬਰਾਂ ਦੀ ਮੈਂ ਗੱਲਬਾਤ ਸੁਣ ਰਿਹਾ ਸੀ। ਉਹ ਕਹਿੰਦੇ ਦੋ ਧਨਾਡਾਂ ਦਾ ਗੱਠਜੋੜ ਹੈ ਇਹ, ਕਾਸ਼ੀ ਰਾਮ ਦੀ ਬਹੁਜਨ ਸਮਾਜ ਪਾਰਟੀ ਵਾਲਾ ਗੱਠਜੋੜ ਨਹੀਂ। ਮਾਇਆਵਤੀ ਵੀ ਕਹਿੰਦੇ ਕਰੋੜਪਤੀ ਹੈਗੀ ਆ, ਬਾਦਲ ਪਰਿਵਾਰ ਵੀ ਕਰੋੜਪਤੀ ਹੈਗਾ, ਇਹ ਦੋ ਧਨਾਡਾਂ ਦਾ ਗੱਠਜੋੜ ਆ। ਇਹ ਅੱਜ ਕੱਲ੍ਹ ਦੀ ਰਾਜਨੀਤੀ ਦੀ ਗੱਲ, ਇਹ ਚਲੋ ਹੈ ਤਾਂ ਥੋੜ੍ਹੀ ਉੱਦਾਂ ਦੀ ਗੱਲ ਆ, ਪਰ ਉਹ ਹੁਣ ਬਦਲ ਗਿਆ ਸਿਸਟਮ। ਜਦੋਂ ਕਾਸ਼ੀ ਰਾਮ ਹੋਣੀ ਜਾਂ ਹੋਰ ਲੋਕ ਰਾਜਨੀਤੀ ਕਰਦੇ ਸੀ, ਉਦੋਂ ਜਾਂ ਉਹ ਕਮਿਟਡ ਸੀਗੇ ਜਾਂ ਕਿੱਦਾਂ ਵੀ ਸੀਗੇ, ਉਹਨਾਂ ਨਾਲ ਹੁਣ ਬਦਲ ਗਿਆ। ਹੁਣ ਦੀ ਪਰਿਸਥਿਤੀ, ਇਕੋਨਮੀ, ਲੋਕਾਂ ਦੀ ਆਪਣੀ ਇਕੋਨਮੀ ਸਾਰੀ ਜਿਹੜੀ ਆ, ਅਤੇ ਪੋਲੀਟਿਕਸ ਜਿਹੜੀ ਆ ਉਹ ਮਹਿੰਗੀ ਹੋ ਗਈ। ਅੱਜ ਜੇ ਆਪਾਂ ਦੇਖਦੇ ਹਾਂ ਵੀ ਕੋਈ ਵੀ ਸੀਟ ਜਿਹੜੀ ਆ 2-4 ਕਰੋੜ ਰੁਪਏ ਤੋਂ ਘੱਟ ਜਿਹੜੀ ਆ, ਉਹ MLA ਲਈ ਕੋਈ ਸੁਪਨਾ ਵੀ ਨਹੀਂ ਲੈ ਸਕਦਾ। ਮਹਿੰਗੀ ਕੀਤੀ ਕਿੰਨੇ ਲੋਕਾਂ ਨੇ? ਤਾਂ ਮਹਿੰਗੀ ਕੀਤੀ ਨਹੀਂ ਆ, ਇਹ ਮਹਿੰਗੀ ਪਾਰਟੀਆਂ ਨੇ ਕੀਤੀ ਆ, ਲੀਡਰਾਂ ਨੇ ਕੀਤੀ ਆ, ਜਿਹੜੇ ਪੈਸੇ ਦੇ ਦਮ ਤੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਕੀਤੀ ਆ। ਲੋਕਾਂ ਦੇ ਇਹਦੇ ਵਿੱਚ ਕੋਈ ਕਸੂਰ ਨਹੀਂ ਆ। ਪਰ ਇੱਕ ਚੀਜ਼ ਜ਼ਰੂਰ ਮੈਂ ਪੁੱਛਣੀ ਚਾਹੁੰਦਾ ਆ ਕਿ ਜੇ ਆਪਾਂ ਉਸ 1996 ਵਾਲੇ ਗੱਠਜੋੜ ਦੀ ਕਹਿ ਲਈਏ, ਨਾ ਤਾਂ ਬਸਪਾ ਉਹੋ ਜਿਹੀ ਹੁਣ ਰਹੀ ਆ, ਨਾ ਅਕਾਲੀ ਦਲ ਉਹ ਵਾਲਾ ਰਿਹਾ। ਅਕਾਲੀ ਦਲ ਦੀਆਂ ਵੀ ਸਥਿਤੀਆਂ ਬਦਲੀਆਂ ਹੋਈਆਂ। ਮੈਂ ਇੱਕ ਵਾਰ ਫਿਰ ਤੀਕਸ਼ਣ ਸੂਦ ਹੋਰਾਂ ਦੇ ਬਿਆਨ ਤੇ ਆਉਣਾ ਆ। ਉਹਨਾਂ ਨੇ ਕਿਹਾ ਕਿ ਇਹ ਗੱਠਜੋੜ ਜਿਹਾ ਮੱਝ ਭੁੱਖੀ ਤੂੜੀ ਗਿੱਲੀ ਵਾਲਾ ਦੋਨਾਂ ਦਾ ਸਰ ਗਿਆ। ਕੀ ਜਦੋਂ ਤੁਹਾਡਾ ਭਾਜਪਾ ਨਾਲ ਗੱਠਜੋੜ ਹੁੰਦਾ ਸੀ, ਮੱਝ ਰੱਜੀ ਹੋਈ ਹੁੰਦੀ ਸੀ, ਤੂੜੀ ਸੁੱਕੀ ਹੁੰਦੀ ਸੀ? ਇਹ ਜ਼ਰੂਰ ਦੱਸ ਦਿਓ। ਇਹ ਮੈਂ ਤਾਂ ਪਹਿਲਾਂ ਹੀ ਦੱਸਿਆ ਵੀ ਉਹ ਤਾਂ ਸੂਦ ਸਾਹਿਬ ਨੂੰ ਜ਼ਿਆਦਾ ਉਹਨਾਂ ਨੇ ਇੰਨੇ ਅਹੁਦੇ ਮਾਣੇ ਇਸ ਗੱਠਜੋੜ ਦੇ ਵਿੱਚ। ਹੋਰ ਵੀ ਸਾਰਾ ਕੁਝ ਹੋਇਆ। ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਉਸ ਗੱਠਜੋੜ ਜੋ ਬਣੀਆਂ। ਜਿਹੜੀ ਪ੍ਰਸਥਿਤੀਆਂ ਜਿਹੜੀਆਂ ਪਾਰਟੀ ਦੀਆਂ ਜਾਂ ਜਿਹੜੀਆਂ ਮਜਬੂਰੀਆਂ ਜਾਂ ਜਿਹੜਾ ਕੰਮ ਹੁੰਦਾ, ਉਹ ਤਾਂ ਉਸ ਵੇਲੇ ਦਾ ਸਮਾਂ ਦੇਖ ਕੇ ਉਹ ਕੀਤਾ ਜਾਂਦਾ, ਜੋ ਆਪਾਂ ਸਾਰੇ ਦੇਸ਼ ਵਿੱਚ ਦੇਖ ਰਹੇ ਹਾਂ। ਗੱਠਜੋੜ ਜਿਹੜੇ ਟੁੱਟ ਰਹੇ ਆ, ਬਣ ਰਹੇ ਆ, ਕੋਈ ਪਾਰਟੀ ਉੱਧਰ ਜਾ ਰਹੀ ਆ, ਕੋਈ BJP ਨੂੰ, ਹੋਰ ਵੀ ਸਾਰੇ ਛੱਡ ਰਹੇ ਆ। ਅਤੇ ਹਰੇਕ ਥਾਂ ਜਿਹੜੀ ਆ ਉਹ ਗੱਠਜੋੜ, ਜਿੱਦਾਂ UP ਦੀ ਇਲੈਕਸ਼ਨ ਆ, ਉਹਦੇ ਦੀ ਵੀ ਪਰਿਸਥਿਤੀਆਂ ਕੀ ਬਣਨੀਆਂ, ਉੱਥੇ ਕੀ ਹੋਣਾ ਆ, ਇਹ ਤਾਂ ਹੁਣ ਟਾਈਮ ਜਿਹੜਾ ਇਹ ਦੱਸੂਗਾ। ਇਸ ਕਰਕੇ ਇਹ ਜਿਹੜਾ ਸਾਰਾ ਕੁਝ ਆ, ਇਹ ਜਿਹੜੀਆਂ ਗੱਲਾਂ ਆ,
ਇਹ ਮੇਰਾ ਖਿਆਲ ਹੈ ਕਿ ਇੱਦਾਂ ਮਜ਼ਾਕ ਦੇ ਵਿੱਚ ਉਹੋ ਜਿਹੇ ਸੀਨੀਅਰ ਲੀਡਰਸ ਨੂੰ ਨਹੀਂ ਕਰਨੀਆਂ ਚਾਹੀਦੀਆਂ। ਸੀਨੀਅਰ ਲੀਡਰਸ ਨੂੰ ਮਜ਼ਾਕ ਨਹੀਂ ਕਰਨੇ ਚਾਹੀਦੇ ਆ, ਪਰ ਇਸ ਵੇਲੇ ਸਾਡੀ ਸਿਆਸਤ ਜਿਹੜੀ ਹੈ ਲੋਕਾਂ ਨਾਲ ਮਜ਼ਾਕ ਕਰਦੀ ਪਈ ਆ ਨਾ, ਉਹਦਾ ਜਵਾਬ ਕੌਣ ਦੇਗਾ? ਸਾਡੀਆਂ ਸਰਕਾਰਾਂ ਨੇ ਜਿਵੇਂ ਲੋਕਤੰਤਰ ਨੂੰ ਮਜ਼ਾਕ ਬਣਾਇਆ ਹੋਇਆ ਆ, ਉਹਦਾ ਜਵਾਬ ਕੌਣ ਦੇਗਾ? ਸੰਵਿਧਾਨ ਨੂੰ ਜਿਸ ਤਰੀਕੇ ਨਾਲ ਛਿੱਕੇ ਤੇ ਟੰਗਿਆ ਜਾਂਦਾ ਆ, ਉਹਦਾ ਜਵਾਬ ਕੌਣ ਦੇਗਾ? ਲੋਕਡਾਊਨ ਦੇ ਦਰਮਿਆਨ ਜੋ ਕੁਝ ਆਮ ਲੋਕਾਂ ਨਾਲ ਹੋਇਆ ਵਾਪਰਿਆ, ਉਹਦਾ ਜਵਾਬ ਕੌਣ ਦੇਗਾ? ਕਿਉਂਕਿ ਮਜ਼ਾਕ ਇਹ ਸ਼ਬਦ ਮੈਂ ਇਸੇ ਸਿਆਸਤ ਤੋਂ ਸੁਣਿਆ ਆ ਜਿੱਥੇ ਕਿਹਾ ਜਾਂਦਾ ਕਿ ਹੁਣ ਲੋਕਤੰਤਰ ਨਹੀਂ ਰਹਿ ਗਿਆ, ਜੋਕਤੰਤਰ ਬਣ ਗਿਆ, ਚੁਟਕਲਾ ਤੰਤਰ ਜਿਹੜਾ ਉਹ ਬਣ ਗਿਆ। ਇਹ ਬਹੁਤ ਲਾਜ਼ਮੀ ਹੋ ਜਾਂਦੀਆਂ ਚੀਜ਼ਾਂ ਕਿ ਸਥਿਤੀਆਂ ਕਿਹੋ ਜਿਹੀਆਂ ਨੇ। ਫਿਲਹਾਲ ਲਾਲੀ ਬਾਜਵਾ ਹੋਰਾਂ ਨੇ ਪਾਰਟੀ ਦੇ ਨਾਲ ਸਹਿਮਤੀ ਜਤਾਈ ਆ। ਬੇਸ਼ੱਕ ਉਹਨਾਂ ਨੂੰ ਉਮੀਦ ਸੀ ਕਿ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਟਿਕਟ ਮਿਲੇਗੀ, ਪਰ ਉਹ ਕਹਿੰਦੇ ਨੇ ਪਾਰਟੀ ਦੇ ਨਾਲ ਖੜਾ ਆ। ਹੋ ਸਕਦਾ ਕਿ ਮਨ ਦੇ ਅੰਦਰ ਬਹੁਤ ਸਾਰੇ ਮਲਾਲ ਵੀ ਹੋਣਗੇ, ਕਿਉਂਕਿ ਕਈ ਵਾਰੀ ਬੰਦਾ ਉਹ ਮਲਾਲ ਖੁੱਲ੍ਹ ਕੇ ਸਾਹਮਣੇ ਲੈ ਕੇ ਵੀ ਨਹੀਂ ਆਉਂਦਾ। ਸੋ ਆਪਣੇ ਆਪਣੇ ਸੁਭਾਅ ਹੁੰਦੇ, ਕੁਝ ਖੁੱਲ੍ਹ ਕੇ ਬੋਲਦੇ ਨੇ, ਕੁਝ ਆਪਣੇ ਅੰਦਰ ਹੀ ਕੌੜਾ ਘੁੱਟ ਕਰਕੇ ਉਹਨੂੰ ਪੀ ਵੀ ਜਾਂਦੇ ਨੇ। ਪਰ ਇਹ ਗੱਠਜੋੜ ਕਿਹੋ ਜਿਹਾ ਰੰਗ ਲੈ ਕੇ ਆਏਗਾ? 2022 ਦੀਆਂ ਚੋਣਾਂ ਦੇ ਵਿੱਚ ਇਹ ਗੱਠਜੋੜ ਕਿੱਥੇ ਖੜਾ ਨਜ਼ਰ ਆਉਂਦਾ? ਕਿੰਨਾ ਨਫਾ ਕਿੰਨਾ ਨੁਕਸਾਨ? ਉੱਥੇ ਹੀ ਗੱਲ ਖਤਮ ਕਰਦੇ ਆ। ਇਹ ਚੋਣਾਂ ਦੇ ਨਤੀਜਿਆਂ ਨੇ ਦੱਸਣਾ। ਪਰ ਚਰਚਾ ਇਸ ਗੱਠਜੋੜ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਛੇੜ ਦਿੱਤੀ ਹੈ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਹੁਸ਼ਿਆਰਪੁਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।